ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਟੋਰਾਂਟੋ ਅਗੀਦਾ ਸਾਹਿਬ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ, ਧੰਨਵਾਦ ਨਾਲ ਜੋੜਨ ਲਈ। ਕੀ ਹਾਲ ਚਾਲ, ਠੀਕ ਹੋ? ਹਾਂ ਚਾਵਲਾ ਸਾਹਿਬ ਬਹੁਤ ਵਧੀਆ, ਫਸਟ ਕਲਾਸ ਜੀ। ਅਸੀਂ ਕੈਨੇਡਾ ਡੇ ਲੌਂਗ ਵੀਕਐਂਡ ਆ ਜੀ ਸਾਡੇ ਮਨਾਇਆ ਜਾ ਰਿਹਾ, ਔਰ ਜਦੋਂ ਵੀਕਐਂਡ 'ਤੇ ਆਉਂਦਾ ਫਿਰ 4-4 ਵੀ ਛੁੱਟੀਆਂ ਹੁੰਦੀਆਂ, ਕਈਆਂ ਨੂੰ 5-5 ਵੀ ਛੁੱਟੀਆਂ ਹੋ ਜਾਂਦੀਆਂ ਨੇ, ਕਈ ਛੁੱਟੀ ਕਰਦੇ ਨਹੀਂ ਸਾਡੇ ਵਰਗੇ ਜਿਹੜੇ ਫਿਰ 7 ਦਿਨ ਹੀ ਕੰਮ ਕਰਨਾ ਹੁੰਦਾ। ਹਾਂਜੀ ਸਾਡੀ ਟੀਮ ਨੇ, ਸੋ ਰੇਡੀਓ ਟੈਲੀਵਿਜ਼ਨ ਮਸਟ ਗੋ ਔਨ। ਸੋ ਕੈਨੇਡਾ ਡੇ ਦੀਆਂ ਬਹੁਤ ਸਾਰੀਆਂ ਬੈਸਟ ਵਿਸ਼ੇਸ, ਬਹੁਤ ਸਾਰੇ ਦੋਸਤ ਮਿੱਤਰ ਸਨੇਹੀ ਅਜੇ ਇੰਜੋਏ ਕਰ ਰਹੇ ਨੇ। ਸਾਡੇ ਵੱਲੋਂ ਬੇਨਤੀ ਹੈ, ਪਲੀਜ਼ 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 ਡੋਂਟ ਥਿੰਕ ਐਂਡ ਇੰਜੋਏ ਕਰੋ। ਅੱਛਾ, ਸ਼ਰਦ ਪਵਾਰ ਨੇ MP ਪ੍ਰਫੁੱਲ ਪਟੇਲ ਤੇ ਸੁਨੀਲ ਤਟਕਰੇ ਨੂੰ NCP ਤੋਂ ਬਾਹਰ ਕੱਢ ਦਿੱਤਾ। ਖਬਰ ਮੈਂ ਪੜ੍ਹ ਰਿਹਾ ਸੀ, ਕਾਫੀ ਰੌਚਕ ਲੱਗੀ ਮੈਨੂੰ, ਉੱਥੋਂ ਸ਼ੁਰੂ ਕਰ ਲੈਂਦੇ ਹਾਂ। MP ਸੁਪਿਆ ਸੋਲੇ ਨੇ ਲਿਖੀ ਚਿੱਠੀ। ਪਵਾਰ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਸਰਕਾਰਾਂ ਗਿਰਾਉਣ ਦਾ ਕੰਮ ਕਰ ਰਹੀ ਹੈ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਦੇਖੋ ਨਾ, ਆਪਣਾ ਛੁੱਟੀ ਸੀਗੀ, ਵੀਕਐਂਡ ਦੇ ਸੀਗੇ, ਵੀਕ ਸੇ ਮਨਾਇਆ ਜਾ। ਦੂਜੇ ਪਾਸੇ ਉਧਰ ਮਹਾਰਾਸ਼ਟਰ ਦੇ ਵਿੱਚ ਬੜਾ ਵੱਡਾ ਕੰਮ ਹੋ ਗਿਆ। ਕੰਮ ਇਹ ਹੋ ਗਿਆ ਕਿ ਉੱਥੇ ਅਜੀਤ ਪਵਾਰ ਜਿਹੜਾ ਸੀਗਾ, ਸ਼ਰਦ ਪਵਾਰ ਦੇ ਨਾਲ ਸੀਗਾ, ਨੈਸ਼ਨਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਜੀ ਜਿਹੜੀ ਸੀਗੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਯਾਨੀ ਉਸ ਦੇ ਟੁਕੜੇ ਹੋ, ਜਿਵੇਂ ਸ਼ਿਵ ਸੈਨਾ ਦੇ ਹੋਏ ਸੀ। ਏਕਨਾਥ ਸ਼ਿੰਦੇ ਇੱਕ ਪਾਸੇ ਆ ਗਿਆ ਸੀ, ਉਧਵ ਠਾਕਰੇ ਇੱਕ ਪਾਸੇ ਆ ਗਿਆ ਸੀ। ਏਕਨਾਥ ਸ਼ਿੰਦੇ ਨੇ ਮਿਲ ਕੇ ਭਾਜਪਾ ਦੇ ਨਾਲ ਸਰਕਾਰ ਤੋੜਤੀ ਸੀ ਤੇ ਆਪ ਮੁੱਖ ਮੰਤਰੀ ਬਣ ਗਿਆ ਸੀਗਾ। ਇਸੇ ਸੇਮ ਪੈਟਰਨ ਤੇ ਦੇਵੇਂਦਰ ਫੜਨਵੀਸ ਜਿਹੜੇ ਉਪ ਮੁੱਖ ਮੰਤਰੀ ਹੈਗੇ ਆ ਮਹਾਰਾਸ਼ਟਰ ਦੇ ਤੇ ਭਾਜਪਾ ਦੇ ਉਹ ਆਗੂ ਹੈਗੇ ਆ, ਉਹਨਾਂ ਨੇ ਬੜਾ ਵੱਡਾ ਰੋਲ ਨਿਭਾਇਆ। ਅਜੀਤ ਪਵਾਰ ਜਿਹੜਾ ਸ਼ਰਦ ਪਵਾਰ ਦਾ ਆਪਣਾ ਹੈਗਾ, ਆਪਣਾ ਬੱਚਾ ਹੈਗਾ, ਤੇ ਉਸ ਨੇ ਉਸ ਨੂੰ ਆਪਣੇ ਵੱਲ ਕੀਤਾ ਤੇ ਉਸ ਨੂੰ ਉਪ ਮੁੱਖ ਮੰਤਰੀ ਬਣਾਤਾ ਸਰਕਾਰ ਦਾ। ਉਪ ਮੁੱਖ ਮੰਤਰੀ ਬਣਾਉਣ ਤੋਂ ਬਾਅਦ 8 ਇਹਦੇ MLA ਨੇ ਮੰਤਰੀ ਬਣਾ ਦਿੱਤਾ ਮਹਾਰਾਸ਼ਟਰ ਦੇ ਵਿੱਚ। ਤੇ ਇਹ ਹਾਲਾਤ ਜਿਹੜਾ ਹੈਗਾ ਯਕਦਮ ਹੀ ਬਣਿਆ, ਮਤਲਬ ਕੁਝ ਸਮੇਂ ਦੇ ਵਿੱਚ ਹੀ ਵੱਡਾ ਬਣ ਗਿਆ। ਤੇ ਇਸ ਤੋਂ ਬਾਅਦ ਸ਼ਰਦ ਪਵਾਰ ਨੇ ਵੱਡਾ ਫੈਸਲਾ ਕੀਤਾ, ਉਹਨੇ MP ਮੈਂਬਰ ਪਾਰਲੀਮੈਂਟ ਪ੍ਰਫੁੱਲ ਪਟੇਲ ਅਤੇ ਸੁਨੀਲ ਤਟਕਰੇ ਨੂੰ ਪਾਰਟੀ ਚੋਂ ਕੱਢ ਦਿੱਤਾ, ਕਿਉਂਕਿ ਉਸ ਦੀ ਬੇਟੀ ਹੈ, ਉਹ ਵੀ MP ਹੈ, ਸੁਪ੍ਰਿਆ ਸੂਲੇ। ਉਸਨੇ ਖਤ ਲਿਖਿਆ ਸੀਗਾ ਕਿ ਇਹ ਆਪਣੀ ਪਾਰਟੀ ਵਿਰੋਧੀ ਕਾਰਵਾਈਆਂ ਕਰਨ 'ਚ ਅਹਿਮ ਭੂਮਿਕਾ ਨਿਭਾ ਰਹੇ ਆ। ਇਹ 8 MLA ਗਏ ਨੇ ਉੱਥੇ ਦੂਜੇ ਪਾਸੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਆ, ਮਤਲਬ ਭਾਜਪਾ ਨਾਲ ਸਰਕਾਰ ਬਣਾਈ ਹੈ, ਸ਼ਾਮਲ ਤਾਂ ਨਹੀਂ ਹੋਏ, ਤੇ ਸਰਕਾਰ ਬਣਾਈ ਹੈ ਉਹਨਾਂ ਨੇ। ਤੇ ਉਹਨਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਕਿ ਤੁਸੀਂ ਆਪਣਾ ਕਾਰਨ ਦੱਸੋ ਕਿ ਤੁਸੀਂ ਆਪਣੀ ਪਾਰਟੀ ਛੱਡ ਕੇ ਕਿਉਂ ਦੂਜੇ ਪਾਸੇ ਗਏ ਹੋ। ਅਗਲੀ ਗੱਲ ਇਹ ਵੀ ਚਾਵਲਾ ਸਾਹਿਬ ਹੋਈ ਆ ਕਿ ਪ੍ਰਫੁੱਲ ਪਟੇਲ ਨੂੰ ਪ੍ਰਧਾਨ ਬਣਾਤਾ ਮਹਾਰਾਸ਼ਟਰ ਦਾ, NCP ਦਾ, ਆਪਣੇ ਆਪ ਹੀ ਅਜੀਤ ਪਵਾਰ ਨੇ। ਤੇ ਉਸ ਨੇ ਫਿਰ NCP ਦਾ ਜਿਹੜਾ ਕਿ ਇਕਾਈ ਦਾ ਜਿਹੜਾ ਕਿ ਨਵਾਂ ਗਠਬੰਧਨ ਕਰ ਦਿੱਤਾ ਤੇ ਕਿਸੇ ਨੂੰ ਲਾਤਾ, ਜਿਵੇਂ ਤਟਕਰੇ ਨੂੰ ਲਾਤਾ ਉਹਨਾਂ ਨੇ ਪ੍ਰਧਾਨ, ਉਹ ਆਪਣਾ ਜਿਹੜਾ ਆਗੂ ਹੈਗਾ ਲਾਇਆ, ਤੇ ਨਾਲ ਹੀ ਅਜੀਤ ਪਵਾਰ ਨੂੰ ਲਾਤਾ ਵਿਧਾਇਕ ਦਲ ਦਾ ਮੁਖੀ। ਹੁਣ ਕਾਫੀ ਉਠਾ ਪਟਕ ਹੋ ਰਹੀ ਹੈ ਉੱਥੇ ਮਹਾਰਾਸ਼ਟਰ ਦੇ ਵਿੱਚ ਆਵਲਾ ਸਾਹਿਬ। ਤੇ ਅੱਜ ਦੇਖੋ ਏਕਨਾਥ ਸ਼ਿੰਦੇ ਦੀ ਭੂਮਿਕਾ ਦੇ ਬਾਰੇ ਤਾਂ ਆਪਾਂ ਉਦੋਂ ਕਾਫੀ ਖਬਰਾਂ ਸੁਣਾਈਆਂ ਸੀ, ਬੜੀਆਂ ਰੌਚਕ ਆਈਆਂ ਸੀ, ਕਿਵੇਂ ਪਲਟੀ ਮਾਰੀ। ਹੁਣ ਲੱਗਦਾ ਕਿ ਫੜਨਵੀਸ ਮੁੱਖ ਮੰਤਰੀ ਬਣ ਜਾਣਗੇ, ਬਣ ਸਕਦੇ ਨੇ ਫੜਨਵੀਸ ਇਸ ਤਰ੍ਹਾਂ ਚਾਵਲਾ ਸਾਹਿਬ ਹੁਣ, ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆ। ਫੜ ਲੈਣਗੇ 40 MLA ਦੀ ਆਪਾਂ ਗੱਲ ਕਰਦੇ ਆ ਨਾ ਜੀ, ਜਿਹੜੇ 40 MLA ਦੀ ਗੱਲ ਕਰਦੇ ਆ ਆਪਾਂ ਏਕਨਾਥ ਸ਼ਿੰਦੇ ਦੇ ਨਾਲ, ਸੁਪਰੀਮ ਕੋਰਟ ਉਹਨਾਂ MLA ਨੂੰ ਮਤਲਬ ਅਯੋਗ ਕਰਾਰ ਦੇ ਸਕਦੀ ਆ। ਅੱਛਾ, ਜੇ ਉਹ ਅਯੋਗ ਕਰਾਰ ਹੋ ਜਾਂਦੇ ਨੇ ਤਾਂ ਫਿਰ ਏਕਨਾਥ ਸ਼ਿੰਦੇ ਇੱਕ ਪਾਸੇ ਹੋ ਜਾਣਗੇ, ਉਹਦੀ ਥਾਂ ਮੁੱਖ ਮੰਤਰੀ ਬਣ ਜਾਣਗੇ ਦੇਵੇਂਦਰ ਫੜਨਵੀਸ। ਇਹੀ ਭਾਜਪਾ ਦੀ ਚਾਲ ਹੈਗੀ ਆ ਕਿ ਮੁੱਖ ਮੰਤਰੀ ਤੇ ਵੱਡੀ ਕੁਰਸੀ ਤੇ ਬੈਠਣਾ। ਅੱਜ ਕੱਲ੍ਹ ਉਪ ਮੁੱਖ ਮੰਤਰੀ ਨੇ ਜੀ, ਉਹ ਹੁਣ ਉਪ ਮੁੱਖ ਮੰਤਰੀ 2 ਹੋ ਗਏ ਨੇ ਭਾਜਪਾ ਉਹਦੇ ਮਹਾਰਾਸ਼ਟਰ ਦੇ ਵਿੱਚ। ਠੀਕ, ਰਾਜਨੀਤੀ ਜਿੰਦਾਬਾਦ ਆ ਜੀ। ਰਾਜਨੀਤੀ ਦੇ ਵਿੱਚ ਬਿਲਕੁਲ 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 ਵਿਸ਼ਵਾਸ ਕਿਸੇ ਤੇ ਨਹੀਂ ਹੈ ਨਾ। ਅੱਛਾ, ਮੈਂ ਨਾ ਆਪਣੇ ਦੋਸਤਾਂ ਨੂੰ ਰਿਕਮੈਂਡ ਕਰੂੰਗਾ, ਸਮਾਂ ਹੋਵੇ ਤੇ ਹਿਸਟਰੀ ਜੇ ਕਿਤਾਬਾਂ ਨਹੀਂ ਪੜ੍ਹ ਸਕਦੇ, ਕੁਝ ਹਿਸਟਰੀ ਤੇ ਸੀਰੀਅਲ ਬਣੇ ਹੋਏ ਨੇ ਸਾਰੇ, ਮਤਲਬ ਕੁਝ ਵੇਖੋ ਉਹਨਾਂ ਨੇ ਰੌਚਕ ਤੱਥ ਪਾਉਣੇ ਹੁੰਦੇ ਨੇ ਫਿਲਮ ਦੇ ਵਿੱਚ। ਭਾਵੇਂ ਕੋਈ ਵੀ ਫਿਲਮ ਹੋਵੇ, ਉਹਦੇ ਵਿੱਚ ਕੁਛ ਨਾ ਕੁਝ ਉਹਨਾਂ ਨੇ ਅਟਰੈਕਟ ਕਰਨ ਵਾਸਤੇ, ਪੈਸੇ ਬਣਾਉਣ ਵਾਸਤੇ, ਸੀਰੀਅਲ ਹੋਣ ਚਾਹੇ ਉਹ ਆਪਣੀਆਂ ਫਿਲਮਾਂ ਹੋਣ, ਡਰਾਮੇ ਹੋਣ, ਉਹਨਾਂ ਨੇ ਕੁਛ ਨਾ ਕੁਛ ਕਰਨਾ ਹੁੰਦਾ ਕੁਝ। ਭਾਵੇਂ ਕਿ ਮਿਲਖਾ ਸਿੰਘ ਵਾਲੀ ਸਟੋਰੀ ਆਈ ਸੀ ਤੇ ਮਿਲਖਾ ਸਿੰਘ ਉਹਨਾਂ ਨੂੰ ਪੁੱਛਿਆ ਵੀ ਆਹ ਵਿੱਚ ਸੀਨ ਜਿਹੜੇ ਆ, ਉਹ ਕਹਿੰਦੇ ਜੀ ਵੇਖੋ ਕੁਛ ਨਾ ਕੁਛ ਤਾਂ ਕਰਨਾ ਪੈਂਦਾ, ਮਸਾਲਾ ਪਾਉਣਾ ਪੈਂਦਾ। ਐਵੇਂ ਹੁਣ ਜਿਹੜੀ ਆ ਕੁਝ ਫਿਲਮਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਹਿਸਟਰੀ ਕੁਝ ਹੋਰ ਹੁੰਦੀ ਆ,
ਉਹ ਦਿਖਾਇਆ ਕੁਝ ਰੌਚਕ ਜਿਹਾ ਜਾਂਦਾ ਤਾਂ ਕਿ ਲੋਕ ਦੇਖਣ ਸੁਣਨ ਜਾਣ ਤੇ ਪੈਸੇ ਬਣਨ ਹੈ ਨਾ। ਇਸੇ ਤਰ੍ਹਾਂ ਇੱਕ ਸੀਰੀਅਲ ਹੈ ਵੈ ਤੇ ਉਹ ਪਾਪਾ ਆਜ਼ਮ ਦਾ ਚੰਗੇਜ਼ ਖਾਨ ਦੇ ਵੇਲੇ ਦਾ ਹੈ, ਔਰ ਜਿਹੜੇ ਖਾਨਾ ਬਦੋਸ਼ ਕਬੀਲੇ ਵਾਲੇ ਉਹਨਾਂ ਦੇ ਵਿੱਚ ਇੱਕ ਗੱਭਰੂ ਉੱਠਦਾ ਅਰਤੁਗਲ। ਮੈਂ ਰਾਜਨੀਤੀ ਦੀ ਗੱਲ ਕਰਨ ਲੱਗਾ, ਜੇ ਰਾਜਨੀਤੀ ਦੇ ਪੈ ਤੇਰੇ ਕਿਸੇ ਨੇ ਦੇਖਣੇ ਸੁਣਨੇ ਹੋਣ। ਅਰਤੁਗਲ ਪਲੇ ਵੈਸੇ ਉਹਦੇ 5 ਸੀਜ਼ਨ ਨੇ ਤੇ ਬਹੁਤ ਲੰਬਾ ਹੈ, ਉਹ 1-2 ਸੀਰੀਅਲ ਨਹੀਂ ਹੈਗੇ ਵੀ 2-3 ਵੇਖ ਕੇ ਨਿਕਲ ਜੂਗਾ। ਉਹ ਤੇ ਮਤਲਬ ਸ਼ੁਰੂ ਤੋਂ ਲੈ ਕੇ ਇਹਨੇ ਤੱਕ ਘਾਲਣਾ ਕਿਵੇਂ ਉਹਨੇ ਘਾਲੀ, ਕਿਵੇਂ ਉਹਨੇ 600 ਸਾਲ ਰਾਜ ਕੀਤਾ, ਉਹਦੀ ਵੰਸ਼ ਨੇ ਕਿਵੇਂ ਉਹਨੇ ਸਟਰਗਲ ਕੀਤੀ। ਅੱਛਾ ਜਿਹੜੇ ਉਹਦੇ ਵਿਰੋਧੀ ਨੇ ਉਹ ਕਿਵੇਂ ਉਹਨੂੰ ਮਤਲਬ ਢਾਹ ਲਾਉਂਦੇ ਨੇ। ਉਹਦੇ ਵਿੱਚ ਇੱਕ ਇਹੋ ਜਿਹਾ ਕਿਰਦਾਰ ਵੀ ਵੇਖਿਆ ਮੈਂ ਥੋੜ੍ਹੇ ਦਿਨ ਹੋਏ ਉਸ ਸੀਰੀਅਲ ਦੇ ਵਿੱਚ, ਕਿ ਸੁਣਿਆ ਸੀ ਕਿ ਇਹ ਆਪਣੀਆਂ ਧੀਆਂ ਭੈਣਾਂ ਜਿਹੜੀਆਂ ਨੇ ਕੁਝ ਰਾਜਨੀਤਿਕ ਲੋਕ ਰਾਜੇ ਮਹਾਰਾਜਿਆਂ ਨੂੰ ਦਿੰਦੇ ਹੁੰਦੇ ਸੀ ਆਪਣੀ ਚੌਧਰ ਦੀ ਖਾਤਰ, ਆਪਣੀ ਹਉਮੈ ਦੀ ਖਾਤਰ, ਆਪਣੀ ਲਾਲਚਾ ਦੀ ਖਾਤਰ। ਉਹ ਸੱਚ ਹੈ ਜੇ ਦਿਖਾਇਆ ਗਿਆ, ਜੇ ਡਰਾਮੇ 'ਚ ਦਿਖਾਇਆ ਗਿਆ। ਤੁਰਕੀ ਦਾ ਬਣਿਆ ਹੋਇਆ ਡਰਾਮਾ ਮੇਰੇ ਖਿਆਲ 'ਚ ਹਾਲੀਵੁੱਡ ਦੀਆਂ ਫਿਲਮਾਂ ਨੂੰ ਉਹਦੀ ਜਿਹੜੀ ਪਿਕਚਰਾਈਜ਼ ਕੀਤੀ ਹੋਈ ਹੈ, ਜਿਹੜੀ ਉਹਦੀ ਕਾਰਗੁਜ਼ਾਰੀ ਆ ਉਹ ਮਾਤ ਪਾਉਂਦੀ ਆ ਜੀ। ਜੇ ਤੁਸੀਂ ਦੇਖੋ ਤੇ ਉਹਦੇ ਵਿੱਚ ਇੱਕ ਬੰਦਾ ਹੈ, ਉਹ ਸਿਰਫ ਆਪਣੇ ਕਬੀਲੇ ਦਾ ਆਗੂ ਜਾਂ ਆਪਣੇ ਇਲਾਕੇ ਦਾ ਆਗੂ ਬਣਨ ਵਾਸਤੇ ਇੱਕ ਆਪਣੇ ਸਿਪਾਹੀ ਨੂੰ ਕਹਿੰਦਾ ਕਿ ਤੇਰੇ ਨਾਲ ਮੈਂ ਆਪਣੀ ਭੈਣ ਵਿਆਹ ਨਹੀਂ, ਤੂੰ ਮੇਰੇ ਪਰਦੇ ਢੱਕੀ ਰੱਖੀ। ਤੇ ਫਿਰ ਜਦੋਂ ਇਲਾਕੇ ਦਾ ਹਾਕਮ ਆਉਂਦਾ ਉਹ ਉਹਦੀ ਭੈਣ ਨੂੰ ਵੇਖ ਲੈਂਦਾ ਤੇ ਕਹਿੰਦਾ ਵੀ ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਵਿਆਹ ਦੂੰ, ਤੂੰ ਮੇਰੇ ਤੇ ਛਤਰ ਛਾਇਆ ਰੱਖੀ, ਮੇਰੇ ਤੇ ਹੱਥ ਰੱਖੀ। ਮਤਲਬ ਕਰੈਕਟਰ ਗਿਰੇ ਹੋਏ ਵੀ ਦਿਖਾਏ ਗਏ, ਗਿਰੇ ਤੋਂ ਗਿਰਿਆ ਕਰੈਕਟਰ ਵੀ ਦਿਖਾਇਆ, ਉਹ ਚੰਗੇ ਤੋਂ ਚੰਗਾ ਕਰੈਕਟਰ ਵੀ ਦਿਖਾਇਆ। ਇਹ ਹੈ ਰਾਜਨੀਤੀ ਦੇ ਵਿੱਚ ਵੀ ਕਿਵੇਂ ਅਗਲੇ ਨੂੰ ਠਿੱਬੀ ਲਾਉਣੀ ਆ, ਕਿਵੇਂ ਅਗਲੇ ਨੂੰ ਮਤਲਬ ਉਹਦੇ ਕੋਲ ਕੁਰਸੀ ਖੋਣੀ ਆ, ਇਹ ਤਾਂ ਵੀ ਚੱਲਦਾ ਹੀ ਰਹਿੰਦਾ ਹੈ ਨਾ। ਅਜੇ ਤਾਂ ਅਜੇ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਉਹਦੇ 'ਚ ਤਾਂ ਬਹੁਤ ਕੁਝ ਹੋਰ ਵੀ ਹੈਗਾ। ਮਤਲਬ ਕਿਵੇਂ ਭਰਾ ਨੂੰ, ਪਿਓ ਪੁੱਤ ਨੂੰ ਜਿਹੜਾ ਹੈ ਉਹ ਪਰਾਂ ਕਰਨ ਵਾਸਤੇ ਉਹਦਾ ਕਤਲ ਕਰਦਾ। ਅੱਗੇ ਚੱਲ ਕੇ ਫਿਰ ਕਰਾਂਗੇ ਗੱਲਾਂ ਪਤਾ। ਪਰੰਤੂ ਕੀ ਲੱਗਦਾ ਕਿ ਇਹ ਜਿਹੜੀ ਸਥਿਤੀ ਹੈ ਬਿਹਾਰ ਵਿੱਚ ਵੀ ਮਹਾਰਾਸ਼ਟਰ ਵਰਗਾ ਮਾਹੌਲ ਹੋ ਸਕਦਾ? ਕਿਉਂਕਿ ਜੇ ਆਪਾਂ ਰਾਜਨੀਤੀ ਸਾਰੀਆਂ ਖਬਰਾਂ ਪੜ੍ਹੀਆਂ ਲੰਬੀਆਂ ਚੌੜੀਆਂ, ਜਨਤਾ ਦਲ ਯੂ ਦੇ ਆਗੂਆਂ ਨੇ ਕਿਹਾ ਕਿ ਬੀਜੇਪੀ ਦੇਸ਼ ਵਿੱਚ ਕਰ ਰਹੀ ਹੈ ਗੈਰ ਸਿਧਾਂਤਕ ਕਾਰਵਾਈ। ਬਿਲਕੁਲ ਚਾਵਲਾ ਸਾਹਿਬ, ਸੱਚ ਪਵਾਰ ਜਿਵੇਂ ਕਹਿੰਦੇ ਆ ਨਾ ਜੀ ਕਿ ਸਰਕਾਰਾਂ ਨੂੰ ਤੋੜਨ ਦਾ ਕੰਮ ਕਰਦੀ ਹੈ ਬੀਜੇਪੀ, ਸਰਕਾਰਾਂ ਨੂੰ ਤੋੜ ਰਹੀ ਹੈ ਬੀਜੇਪੀ। ਅਸਲ ਵਿੱਚ ਨਾ ਜਿਹੜੀਆਂ ਸਰਕਾਰਾਂ ਵਿਰੋਧੀ ਨੇ ਉਹਨਾਂ ਸਰਕਾਰਾਂ ਨੂੰ ਚੱਲਣ ਨਹੀਂ ਦੇ ਰਹੀ, ਕੋਈ ਨਾ ਕੋਈ ਤਰੀਕਾ ਬਣਾਉਂਦੀ ਆ, ਕੋਈ ਸ਼ਾਮ ਦਾਮ ਦੰਡ ਭੇਦ ਕੋਈ ਵੀ ਤਰੀਕਾ ਵਰਤਦੀ ਹੈ ਤੇ ਉਹ ਸਰਕਾਰਾਂ ਤੋੜ ਦਿੰਦੀ ਹੈ ਆਪਣਾ ਵਰਚਸਵ ਕਾਇਮ ਕਰਨ ਵਾਸਤੇ। ਇਸੇ ਤਰ੍ਹਾਂ ਹੀ ਬਿਹਾਰ ਦਾ ਹਾਲ ਵੀ ਦੇਖ ਲਓ ਤੁਸੀਂ। ਹੁਣ ਉੱਥੇ ਨਿਤੀਸ਼ ਕੁਮਾਰ ਬੀਜੇਪੀ ਦੇ ਨਾਲ ਸੀਗੇ, ਬੀਜੇਪੀ ਤੋਂ ਟੁੱਟ ਕੇ ਉਹਨਾਂ ਨੇ ਸਰਕਾਰ ਵੱਖਰੀ ਬਣਾਈ, ਤੇਜਸਵੀ ਹੋਰਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਤੇ ਉਹ ਆਪਣਾ ਅਗਲਾ ਵਾਰਸੀ ਬਣਾ ਦਿੱਤਾ। ਤੇ ਉਹਨਾਂ ਨੇ ਜਿਹੜਾ ਸੈਂਟਰ ਦਾ ਜੋ ਗੱਠਜੋੜ ਬਣ ਰਿਹਾ ਭਾਰਤ ਪੱਧਰ ਦਾ, ਉਹਦਾ ਆਗੂ ਰਾਹੁਲ ਗਾਂਧੀ ਨੂੰ ਵੀ ਉਹਨਾਂ ਨੇ ਸਵੀਕਾਰ ਕਰੀ ਲਿਆ ਇੱਕ ਤਰ੍ਹਾਂ ਦਾ। ਇਸ ਤਰੀਕੇ ਨਾਲ ਕੁਝ ਖਲਬਲੀ ਹੋਈ ਆ, ਜਿਹੜੇ ਇਹ ਹੈਗੀ ਆ ਆਪਣਾ ਜਨਤਾ ਦਲ ਜੋ ਹੈਗਾ, ਇਹਦੇ ਵਿੱਚ ਕੋਈ ਖਲਬਲੀ ਮੱਚੀ ਆ ਕਿ ਰਾਹੁਲ ਨੂੰ ਵੀ ਮੰਨ ਲਿਆ ਜੀ ਮੁਖੀ, ਤੇਜਸਵੀ ਨੂੰ ਆਪਣਾ ਵਾਰਸ ਮੰਨ ਲਿਆ। ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਨਿਤੀਸ਼ ਕੁਮਾਰ ਪਿੱਛੇ ਹਟ ਗਏ ਨੇ ਸਾਰਾ ਕੁਛ ਹੀ। ਉਹਨਾਂ ਦੀ ਪਾਰਟੀ ਵਿੱਚ ਖਲਬਲੀ ਮਚ ਰਹੀ ਹੈ। ਹੁਣ ਪਾਰਟੀ ਵਿੱਚ ਖਲਬਲੀ ਮਚਣ ਦੇ ਨਾਲ ਚਿਰਾਗ ਪਾਸਵਾਨ ਹੈਗੇ ਨੇ ਜੀ, ਰਾਮ ਵਿਲਾਸ ਪਾਸਵਾਨ ਦੇ ਬੇਟੇ ਚਿਰਾਗ ਪਾਸਵਾਨ ਨੇ ਵੀ ਇਹ ਗੋਟੀਆਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਇਦ ਉਹ ਵੀ ਬੀਜੇਪੀ ਨਾਲ ਮਿਲ ਕੇ ਕੋਈ ਵੱਡਾ ਕੰਮ ਕਰਨ ਜਾ ਰਹੇ ਨੇ। ਇੱਥੇ ਕਿਹਾ ਜਾ ਰਿਹਾ ਕਿ ਕੁਝ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਭਾਜਪਾ ਪੱਟ ਕੇ ਇੱਥੇ ਵੀ ਆਪਣਾ ਵਰਚਸਵ ਕਾਇਮ ਕਰਨ ਜਾ ਰਹੀ ਹੈ। ਮਹਾਰਾਸ਼ਟਰ ਵਾਂਗ ਬਿਹਾਰ ਦੇ ਵਿੱਚ ਵੀ ਨਿਤੀਸ਼ ਕੁਮਾਰ ਦੀ ਸਰਕਾਰ ਤੋੜਨ ਦਾ ਪੂਰਾ ਹਿੱਲਾ ਵਸੀਲਾ ਕਰਨ ਜਾ ਰਹੀ ਆ। ਭਾਵੇਂ ਕਿ ਨਿਤੀਸ਼ ਕੁਮਾਰ ਕਹਿੰਦੇ ਆ ਕਿ ਨਹੀਂ ਸਾਡਾ ਠੀਕ ਆ। ਨਿਤੀਸ਼ ਕੁਮਾਰ ਕਹਿੰਦੇ ਪਹਿਲਾਂ ਜਿਵੇਂ ਖਬਰਾਂ ਲਿਖਦੀਆਂ ਨੇ, ਪਹਿਲਾਂ ਨਿਤੀਸ਼ ਕੁਮਾਰ ਜੀ ਮਿਲਦੇ ਨਹੀਂ ਸੀਗੇ ਐਮਐਲਏ ਨੂੰ, ਐਮਪੀ ਨੂੰ, ਅੱਜ ਕਹਿੰਦੇ ਜੀ ਇੱਕ ਐਮਐਲਏ ਨੂੰ 30 ਮਿੰਟ ਦਾ ਸਮਾਂ ਦੇ ਰਹੇ ਨੇ ਮਿਲਣ ਵਾਸਤੇ। ਤੇ ਉਹਦੇ ਪਿੱਛੇ ਕਾਰਨ ਹੈ ਕਿ ਸ਼ਾਇਦ ਕੋਈ ਵੱਡਾ ਕੰਮ ਨਾ ਕੋਈ ਖੜਾ ਹੋ ਜਾਵੇ। ਚਾਵਲਾ ਸਾਹਿਬ ਸਾਡੇ ਵੀ ਕੈਪਟਨ ਸਾਹਿਬ ਆਪ ਪਤੀਲੇ ਖੜਕਾਉਂਦੇ ਹੁੰਦੇ ਸੀ। ਹਾਂਜੀ, ਪਟਿਆਲੇ ਵਾਲੇ ਤੁਹਾਨੂੰ ਤਾਂ ਪਤਾ ਸਮੈਲਾਂ ਆਉਂਦੀਆਂ ਹੋਣੀ, ਸ਼ਾਹੀ ਖਾਣਾ ਬਣਾਉਂਦੇ ਹੁੰਦੇ ਸੀ ਆਪ ਹੀ। ਉਹਦਾ ਚਾਵਲਾ ਸਾਹਿਬ ਬੜਾ ਵੱਡਾ ਕੰਮ ਚੱਲ ਰਿਹਾ ਪੰਜਾਬ 'ਚ ਤਾਂ ਇਸ ਟਾਈਮ। ਹੁਣ ਪੂਰੇ 55 ਲੱਖ ਰੁਪਏ ਉਗਰਾਉਣ ਵਾਸਤੇ ਕਹਿਤਾ ਭਗਵੰਤ ਮਾਨ ਨੇ ਕਿ ਜਿਹੜੇ ਤੁਸੀਂ ਅਨਸਾਰੀ ਨੂੰ ਵਕੀਲਾਂ ਦੀ ਫੀਸ ਦੇ ਰਹੇ ਹੋ, ਦੇਣ ਵਾਸਤੇ ਕਿਹਾ 55 ਲੱਖ ਰੁਪਇਆ, ਉਹ ਅਸੀਂ ਨਹੀਂ ਦੇਣੀ ਪੰਜਾਬ ਸਰਕਾਰ। ਬਿਲਕੁਲ ਸਹੀ ਹੈ। ਉਹ ਰਵਿੰਦਰ ਸਿੰਘ ਰੰਧਾਵਾ ਤੇ ਕੈਪਟਨ ਅਮਰਿੰਦਰ ਸਿੰਘ ਉਗਰਾਉਣਗੇ। ਤਾਂ ਰੰਧਾਵੇ ਦਾ ਆ ਗਿਆ ਬਿਆਨ, ਕਹਿੰਦੇ ਵੀ ਕਿਹੜਾ ਨੋਟਿਸ ਹੋ, ਤਾਂ ਨੋਟਿਸ ਜਾਰੀ ਕਰਤਾ ਉਹਨੇ। ਤਾਂ ਹੁਣ ਉਹ ਕਹਿੰਦਾ ਹੈ ਮੁੱਖ ਮੰਤਰੀ, ਜਿਹੜਾ ਸਾਬਕਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ, ਕਹਿੰਦਾ ਕਿ ਇਹਨੂੰ ਅਕਲ ਨਹੀਂ ਹੈਗੀ ਭਗਵੰਤ ਮਾਨ ਨੂੰ, ਇਹਨੂੰ ਪਤਾ ਨਹੀਂ ਵੀ ਕੰਮ ਕਿਵੇਂ ਚੱਲਦਾ, ਸਰਕਾਰਾਂ ਕਿਵੇਂ ਚੱਲਦੀਆਂ ਨੇ। ਉਹ ਕਹਿੰਦਾ ਠੀਕ ਹੈ ਕੈਪਟਨ ਸਾਹਿਬ, ਮੈਨੂੰ ਤਾਂ ਅਕਲ ਨਹੀਂ ਹੈਗੀ, ਤੁਹਾਨੂੰ ਤਾਂ ਬਹੁਤ ਅਕਲਾਂ ਸੀਗੀਆਂ ਨਾ,
ਤੁਹਾਡੇ ਪਹਿਲੇ ਖਾਨਦਾਨ ਪਹਿਲਾਂ ਮੁਗਲਾਂ ਦਾ ਰਾਜ ਸੀਗਾ, ਮੁਗਲਾਂ ਦੀ ਗੁਲਾਮੀ ਕੀਤੀ, ਫਿਰ ਅੰਗਰੇਜ਼ਾਂ ਦਾ ਰਾਜ ਆ ਗਿਆ, ਤੁਸੀਂ ਅੰਗਰੇਜ਼ਾਂ ਦੀ ਗੁਲਾਮੀ ਕੀਤੀ, ਫਿਰ ਕਾਂਗਰਸ ਦਾ ਰਾਜ ਆ ਗਿਆ, ਤੁਸੀਂ ਕਾਂਗਰਸ ਦੀ ਗੁਲਾਮੀ ਕੀਤੀ, ਫਿਰ ਅਕਾਲੀ ਦਾ ਰਾਜ ਆ ਗਿਆ, ਤੁਸੀਂ ਅਕਾਲੀ ਦੀ ਗੁਲਾਮੀ ਕੀਤੀ, ਫਿਰ ਭਾਜਪਾ ਦਾ ਰਾਜ ਆ ਗਿਆ, ਹੁਣ ਤੁਸੀਂ ਭਾਜਪਾ ਦੇ ਗੁਲਾਮ ਹੈਗੇ ਹੋ। ਤਾਂ ਹੁਣ ਕਹਿੰਦੇ ਤੁਸੀਂ ਮਤਲਬ ਸਪਸ਼ਟ ਲਿਖਿਆ ਉਹਨੇ ਆਪਣੀ ਟਵੀਟ ਦੇ ਉੱਪਰ, ਤਾਂ ਹੁਣ ਕਹਿੰਦਾ ਇਹ ਗੱਲ ਆ, ਕਹਿੰਦੇ ਵੀ ਬਾਬੇ ਆਲੇ ਤੋਂ ਸ਼ੁਰੂ ਕਰ ਲਿਆ ਫੇ ਹੈ ਉਹ ਅਹਿਮਦ ਸ਼ਾਹ ਅਲੀ ਤੋਂ ਜੀ, ਬਾਬਾ ਆਲਾ ਤੋਂ ਸ਼ੁਰੂ ਕਰਕੇ ਤੇ ਕਿਵੇਂ ਫਿਰ ਐਨੀਵੇ ਚਲੋ ਦੂਰ ਹੀ ਚਲ ਗਏ ਫਿਰ ਭਗਵੰਤ ਮਾਨ ਸਾਹਿਬ। ਅੱਛਾ, ਬਿਹਾਰ ਦੀ ਜਿਹੜੀ ਹੈ ਸਥਿਤੀ ਲੱਗਦਾ ਕਿ ਮਹਾਰਾਸ਼ਟਰ ਵਰਗੀ ਜਿਹੜੀ ਹੈ ਉਹ ਗੈਰ ਸਿਧਾਂਤਕ ਕਾਰਵਾਈ, ਇੱਕ ਬਿਆਨ ਆ ਜੀ ਜਿਹੜੇ ਅਖਬਾਰਾਂ ਦੇ ਵਿੱਚ ਨੇ, ਅਸੀਂ ਉਹਨਾਂ ਦੇ ਉੱਤੇ ਸਵਾਲ ਕਰਦੇ ਹਾਂ। ਮੇਰਾ ਵੀਰ ਕੋਈ ਸਵਾਲ ਕਰਨਾ ਚਾਹਵੇ ਤਾਂ 905 813 1320 905 813 1320। UCC यूनिफॉर्म सिविल कोड चर्चा ਦੇ ਵਿੱਚ ਹੈ ਔਰ ਭਾਵੇਂ ਕਿ ਪਹਿਲਾਂ ਲਾਗੂ ਨਹੀਂ ਹੋਇਆ ਪਰ ਹੁਣ ਤਾਂ ਪੱਥਰ ਤੇ ਲਕੀਰ ਹੈ ਕਿ ਇਹ ਹੋ ਹੀ ਜਾਣਾ। 1840 ਦੇ ਵਿੱਚ यूनिफॉर्म सिविल कोड ਦੀ ਚਰਚਾ ਅੰਗਰੇਜ਼ਾਂ ਨੇ ਕੀਤੀ ਸੀ ਪਰ ਪਾਸ ਨਹੀਂ ਕੀਤਾ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਕਿਉਂ ਅੜੀ ਹੈ, ਬੜਾ ਵੱਡਾ ਸਵਾਲ ਹੈ। ਡਾਕਟਰ ਅੰਬੇਦਕਰ ਵੀ ਚਰਚਾ ਦੇ ਵਿੱਚ ਨੇ, ਆਜ਼ਾਦੀ ਦੇ ਉੱਤੇ ਵੀ ਉਹਨਾਂ ਦਾ ਇੱਕ ਪੈਰਾਗ੍ਰਾਫ ਕਾਫੀ ਵਾਇਰਲ ਹੋ ਰਿਹਾ। ਡਾਕਟਰ ਅੰਬੇਦਕਰ ਨੇ ਵੀ ਇਸ ਦਾ ਪੱਖ ਕੀਤਾ ਸੀ। ਹਿੰਦੂ ਕੋਡ ਬਿੱਲ ਕਰਕੇ ਅੰਬੇਦਕਰ ਨੇ ਅਸਤੀਫਾ ਵੀ ਦਿੱਤਾ ਸੀ। ਕੀ ਕਹਿਣਾ ਚਾਹੋਗੇ? ਚੌੜਾ ਸਾਹਿਬ, ਅਸਲ ਵਿੱਚ ਨਾ 1840 ਵਿੱਚ ਇਸ ਬਿੱਲ ਦੀ ਵਾਹਵਾ ਚਰਚਾ ਚੱਲੀ ਸੀਗੀ ਵੀ यूनिफॉर्म सिविल कोड ਜਿਹੜਾ ਹੈਗਾ ਉਹ ਲਾਗੂ ਹੋਣਾ ਚਾਹੀਦਾ, ਭਾਰਤ ਵਿੱਚ ਸਾਰਾ ਕਾਨੂੰਨ ਇੱਕ ਹੋਣਾ ਚਾਹੀਦਾ। ਪਰ ਅੰਗਰੇਜ਼ਾਂ ਨੇ ਨਾ ਇਹਦਾ ਮੌਕਾ, ਇਹਦਾ ਵਕਤ ਪਛਾਣਿਆ ਸੀਗਾ, ਕਿਉਂਕਿ ਉਸ ਟਾਈਮ ਮੁਸਲਿਮ ਜਿਹੜੇ ਸੀਗੇ ਉਹਨਾਂ ਨੇ ਬਹੁਤ ਵੱਡੀ ਵਿਰੋਧਤਾ ਕੀਤੀ ਸੀਗੀ ਤੇ ਇਹਦੇ ਕੁਝ ਜਿਹੜੇ ਘੱਟ ਗਿਣਤੀ ਹੋਰ ਸੀ ਉਹਨਾਂ ਨੇ ਵਿਰੋਧਤਾ ਕੀਤੀ ਸੀਗੀ ਵੀ ਇਹ ਬਿੱਲ ਲਾਗੂ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਲੋਕਾਂ ਦੀ ਮੰਨ ਲਈ ਸੀ, ਅੰਗਰੇਜ਼ਾਂ ਨੇ ਕਹਿੰਦੇ ਵੀ ਚਲੋ ਨਹੀਂ ਅਸੀਂ ਇਹ ਕਰਦੇ, ਤੇ ਉਹ ਉੱਥੇ ਹੀ ਰਹਿ ਗਿਆ ਸੀਗਾ। ਉਸ ਤੋਂ ਬਾਅਦ ਫੇਰ ਸ਼ੁਰੂ ਹੋਇਆ 1921 ਦੇ ਵਿੱਚ ਇਹਦੀ ਚਰਚਾ ਹੋਈ। 1921 ਵਿੱਚ ਵੀ ਫੇਰ ਵੀ ਨਹੀਂ ਇਹ ਲਾਗੂ ਕਰ ਸਕੇ, ਕਹਿੰਦੇ ਵੀ ਨਹੀਂ ਕਰਨਾ ਕਿਉਂਕਿ ਵਿਰੋਧਤਾ ਬਹੁਤ ਜ਼ਿਆਦਾ ਹੋ ਰਹੀ ਆ। 1921 ਤੋਂ ਬਾਅਦ ਫਿਰ 1937 ਵਿੱਚ ਇਹਦੀ ਚਰਚਾ ਸ਼ੁਰੂ ਹੋਈ, ਉਹ ਵੀ ਫਿਰ ਨਹੀਂ। 1937 ਦੇ ਵਿੱਚ ਉੱਥੇ ਪ੍ਰਧਾਨ ਮੰਤਰੀ ਸੀਗੇ ਪੰਜਾਬ ਦੇ ਪ੍ਰਧਾਨ ਮੰਤਰੀ ਸਰ ਸਿਕੰਦਰ ਹਯਾਤ ਖਾਨ, ਉਸ ਵੇਲੇ ਵੀ ਇਹ ਚਰਚਾ ਚੱਲੀ ਸੀਗੀ ਪਰ ਨਹੀਂ ਹੋਇਆ। ਤੇ ਉਸ ਤੋਂ ਬਾਅਦ ਫਿਰ ਜਦੋਂ 48 ਦੇ ਵਿੱਚ ਸੰਵਿਧਾਨ ਪੇਸ਼ ਹੋਣ ਲੱਗਿਆ, ਸੰਵਿਧਾਨ ਬਣ ਰਿਹਾ ਸੀਗਾ ਉਸ ਟਾਈਮ, ਸੰਵਿਧਾਨ ਕਮੇਟੀ ਦੇ ਵਿੱਚ ਵੀ ਚਰਚਾ ਚੱਲੀ ਇਸ ਗੱਲ ਦੀ ਕਿ ਆਪਾਂ ਇਸ ਬਿੱਲ ਨੂੰ ਵੀ ਸੰਵਿਧਾਨ ਦੇ ਲੈ ਆਈਏ, ਵਿੱਚ ਕਰ ਦਈਏ। ਡਾਕਟਰ ਅੰਬੇਦਕਰ ਨੇ ਕਿਹਾ ਕਿ ਇਹ ਕੀ ਚੱਕਰਾਂ ਦੇ ਵਿੱਚ ਜੀ, ਸਾਨੂੰ ਕੀ ਪ੍ਰੋਬਲਮ ਆ, ਕੋਈ ਧਰਮਾਂ ਦੀ ਅਲੱਗ-ਅਲੱਗ ਕਿਉਂ ਹੋਵੇ, ਸਾਰਾ ਇੱਕ ਕਿਉਂ ਨਾ ਹੋ ਜਾਵੇ, ਕੀ ਦਿੱਕਤ ਕੀ ਆ ਕਿਸੇ ਨੂੰ, ਕਹਿੰਦੇ ਵੀ ਇੱਕ ਸਾਰਾ ਹੋ ਜਾਣਾ ਚਾਹੀਦਾ। ਤਾਂ ਉਸ ਸੰਦਰਭ ਦੇ ਵਿੱਚ ਬਾਕੀਆਂ ਨੇ ਵਿਰੋਧਤਾ ਕੀਤੀ ਸੀ ਮੁਸਲਮਾਨਾਂ ਨੇ, ਤੇ ਨਾਲ ਹੀ ਕੁਝ ਹਿੰਦੂ ਵੀ ਵਿਰੋਧਤਾ 'ਚ ਆ ਗਏ ਸੀਗੇ। ਉਸ ਟਾਈਮ ਡਾਕਟਰ ਅੰਬੇਦਕਰ ਸਾਹਿਬ ਨੇ ਵੀ ਪਿੱਛੇ ਹੋ ਗਏ ਸੀ ਫਿਰ, ਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਹਿੰਦੂ ਕੋਡ ਬਿੱਲ ਵੀ ਲੈ ਕੇ ਆਏ ਸੀ ਡਾਕਟਰ ਅੰਬੇਦਕਰ। ਉਹਦੇ ਵਿੱਚ ਹਿੰਦੂਆਂ ਲਈ ਕਾਨੂੰਨ ਬਣਾਏ ਸੀ ਕਈ ਵੀ, ਇੱਕ ਤਾਂ ਔਰਤਾਂ ਨੂੰ ਪ੍ਰਾਪਰਟੀ ਦੇ ਵਿੱਚ ਹੱਕ, ਇੱਕ ਔਰਤਾਂ ਨੂੰ ਜਿਹੜਾ ਵੋਟ ਦੇਣ ਦਾ ਹੱਕ, ਇੱਕ ਔਰਤ ਤਲਾਕ ਲੈ ਸਕਦੀ ਆ, ਔਰਤ ਆਪ ਤਲਾਕ ਲੈ ਸਕਦੀ ਆ। ਏਦਾਂ ਦੇ ਹਿੰਦੂ ਕੋਡ ਬਿੱਲ ਲੈ ਕੇ ਆਏ ਸੀ ਡਾਕਟਰ ਅੰਬੇਦਕਰ। ਇਸ ਦੀ ਹਿੰਦੂਆਂ ਨੂੰ ਵਿਰੋਧਤਾ ਕੀਤੀ ਗਈ ਸੀ ਵੀ ਔਰਤਾਂ ਨੂੰ ਤੁਸੀਂ ਹੱਕ ਕਿੰਨੇ ਕਿਉਂ ਦੇ ਰਹੇ ਹੋ, ਔਰਤਾਂ ਨੂੰ ਵਾਧੂ ਹੱਕ ਦੇਣ ਦਾ ਬਿੱਲ ਲੈ ਕੇ ਆਏ ਸੀ ਅੰਬੇਦਕਰ ਸਾਹਿਬ, ਤੇ ਫਿਰ ਉਹਨਾਂ ਨੇ ਵਿਰੋਧਤਾ ਕੀਤੀ ਸੀ, ਜਿਸ ਕਰਕੇ ਫਿਰ ਇਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਕਾਨੂੰਨ ਮੰਤਰੀ ਦੇ ਤੌਰ ਤੇ ਅੰਬੇਦਕਰ ਨੂੰ। ਹੋਇਆ ਕਿ ਰਿਜ਼ਾਈਨ ਹੋ ਗਿਆ। ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੇ ਇਹ ਬਿੱਲ ਪਾਸ ਕਰਤਾ ਸੀਗਾ। ਇਸੇ ਕਰਕੇ ਅੱਜ ਔਰਤਾਂ ਨੂੰ ਸਾਰੀਆਂ ਹੱਕ ਹਕੂਕ ਸੰਵਿਧਾਨ ਅਨੁਸਾਰ ਮਿਲਦੇ ਆ। ਆਲ ਓਵਰ ਪਹਿਲਾਂ ਤਾਂ ਅੰਜੂ ਜੀ ਪਹੁੰਚ ਚੁੱਕੇ ਨੇ ਜੀ, ਵੈਲਕਮ, ਸਵਾਗਤ ਹੈ। ਥੈਂਕ ਯੂ ਦਿਲਬਾਗ ਜੀ। ਲਿਸਨਰਸ ਵੀਰਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਕੀਦਾ ਜੀ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਜਦੋਂ ਅਸੀਂ ਆਲ ਓਵਰ ਗੱਲ ਕਰਦੇ ਹਾਂ ਤਾਂ ਜੇ ਦੁਨੀਆ ਦੇ ਵਿੱਚ ਤਰੱਕੀ ਵੇਖੀਏ ਤਾਂ ਸਾਡਾ ਭਾਰਤ ਤਰੱਕੀ ਯਾਫਤਾ ਦੇਸ਼ਾਂ ਦੇ ਵਿੱਚ ਮੋਹਰਲੀ ਕਤਾਰ ਦੇ ਵਿੱਚ ਨਜ਼ਰ ਆਉਂਦਾ ਹੈ। ਬਹੁਤ ਸਾਰੀਆਂ ਚੀਜ਼ਾਂ ਨੇ, ਜੇ ਅਸੀਂ ਉਤਲੀਆਂ ਖਬਰਾਂ 'ਤੇ ਗੱਲਬਾਤ ਕਰਦੇ ਹਾਂ, ਜਦੋਂ ਅਸੀਂ ਖਬਰਾਂ ਮੈਂ ਬਣਾਉਣ ਲੱਗਦਾ, ਖਬਰਾਂ ਜਦੋਂ ਚੱਕੀ ਦੀਆਂ ਨੇ, ਬਣਾਈ ਦੀਆਂ ਨੇ, ਉਹਦੇ ਵਿੱਚ ਜਦੋਂ ਤੁਸੀਂ ਆਰਟੀਕਲ ਦੂਜੇ ਲੈਵਲ 'ਤੇ ਪੜ੍ਹਦੇ ਹੋ ਨਾ, ਬਹੁਤ ਵੱਡੇ, ਜੇਕਰ ਦੂਜੇ ਦੇਸ਼ਾਂ ਦੇ ਨਾਲ ਆਪਾਂ ਉਹਦੀ ਤੁਲਨਾ ਕਰਦੇ ਹਾਂ, ਕਈ ਮੈਨੂੰ ਲੱਗਦਾ ਕਿ ਵੀਰ ਭਾਵੇਂ ਉਹਨਾਂ ਚੀਜ਼ਾਂ ਤੋਂ ਸ਼ਾਇਦ ਵਾਕਫ ਨਾ ਹੋਣ, ਸ਼ਾਇਦ ਹੋਣ ਵੀ ਵਾਕਫ, ਦੇਸ਼ ਤਰੱਕੀ ਵੱਲ ਹੈ, ਕੋਈ ਦੋ ਰਾਵਾਂ ਨਹੀਂ, ਪਰ ਸਾਰੇ ਰਾਜਨੀਤਿਕ ਲੋਕਾਂ ਦੀ ਜਿਹੜੀ ਹੈ ਨਾ ਸੋਚ ਉਹ ਸੌੜੀ ਹੁੰਦੀ ਜਾ ਰਹੀ। ਮੈਂ ਪਹਿਲਾਂ ਕਲੀਅਰ ਕਰ ਦਿਆਂ ਕਿ ਧਰਮ ਦੇ ਨਾਲ ਰਾਜਨੀਤੀ ਜਿਹੜੀ ਆ ਜੋ ਸ਼ੁਰੂ ਤੋਂ ਹੀ ਵਾਹ ਵਾਸਤਾ ਹੈ, ਅਤੇ ਸਭ ਤੋਂ ਜ਼ਿਆਦਾ ਧਰਮ ਦੇ ਉੱਤੇ ਰਾਜਨੀਤੀ 2-3 ਦੁਨੀਆ ਦੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਸਾਡਾ ਇੱਕ ਭਾਰਤ ਹੈ ਉਹਦੇ ਵਿੱਚ ਰੱਜ ਕੇ ਹੋ ਰਹੀ ਹੈ। ਹਾਂਜੀ,
ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੈਨੇਡਾ ਨੇ ਵੀ ਨਹੀਂ ਪਿੱਛੇ ਰਹਿਣਾ ਹੈ, ਕਿਉਂਕਿ ਇੱਥੇ ਵੀ ਬਣ ਗਈ, ਅਸੀਂ ਬਥੇਰੀ ਲੈ ਆਂਦੀ ਆ, ਇੱਥੇ ਵੀ ਇਹੀ ਕੁਝ ਹੋਣਾ ਹੈ। ਹਿੰਦੂ ਸਿੱਖ ਮੁਸਲਮਾਨ ਦੀ ਜਿਹੜੀ ਹੈ ਨਾ ਤੇ ਈਸਾਈਆਂ ਦੀ, ਵੇਖੋ ਤੁਸੀਂ ਆਉਣ ਵਾਲੇ ਦਿਨਾਂ ਦੇ ਖਬਰਾਂ ਪਿਆ 5 ਸਾਲ ਹੋਰ ਠਹਿਰ ਜੋ, ਤੁਹਾਨੂੰ ਇੱਥੋਂ ਦੀਆਂ ਖਬਰਾਂ ਵੀ ਇਦਾਂ ਦੀਆਂ ਤੁਹਾਨੂੰ ਵੇਖਣ ਨੂੰ ਦਿਲਬਾਗ ਜੀ ਕਿਸੇ ਸਿਰ ਪਾਟਿਆ ਕਰਨਗੇ ਇੱਥੇ। ਤੁਸੀਂ ਦੂਰਅੰਦੇਸ਼ੀ ਤੇ ਜਾਈਏ ਤੇ ਜੋ ਫਰਾਂਸ ਦੇ ਵਿੱਚ ਹਾਲਾਤ ਹੈਗੇ ਨੇ, ਫਰਾਂਸ ਦੇ ਵਿੱਚ ਜੋ ਹਾਲਾਤ ਦੇਖ ਰਹੇ ਹੋ ਉਹ ਕੰਟਰੋਲ ਨਾ ਕੀਤਾ ਜਾਏ, ਇੱਕ ਬੰਦੇ ਦਾ ਕਤਲ ਮਾਨਸਿਕਤਾ ਅਗਰ ਲੋਕਾਂ ਦੀ ਨਾ ਬਦਲੀ ਜਾਏ, ਕੱਟੜਪੰਥ ਅਗਰ ਕਿਸੇ ਕੰਟਰੀ ਦੇ ਵਿੱਚ ਵੀ ਪਨਪੇਗਾ, ਵੈਦਰ ਇਟਸ ਇੰਡੀਆ, ਵੈਦਰ ਇਟਸ ਫਰਾਂਸ, ਵੈਦਰ ਇਟਸ ਕੈਨੇਡਾ, ਅਹਿਮ ਐਟਮੋਸਫੇਅਰ ਤੁਸੀਂ ਹਰ ਮੁਲਕ ਦੀ ਸੜਕਾਂ ਤੇ ਦੇਖੋਗੇ ਡੈਫੀਨਿਟਲੀ। ਔਰ ਜੇ ਅਸੀਂ ਗੱਲ ਕਰੀਏ ਤਾਂ ਤਰੱਕੀ ਵਾਲੇ ਪਾਸੇ ਦੀ ਮੈਂ ਗੱਲ ਕੀਤੀ ਸੀ, ਭਾਰਤ ਬਹੁਤ ਤਰੱਕੀ ਕਰ ਰਿਹਾ, ਕੋਈ ਦੋ ਰਾਵਾਂ ਨਹੀਂ, ਹਰ ਚੀਜ਼ ਭਾਰਤ ਜਿਹੜੀ ਹੈ ਉਹ ਕਾਬਲ ਹੈ। ਉਹ ਜੋਗਾ ਸਿੰਘ ਜੋਗੀ ਹੋਣਾ ਦੀਆਂ ਮੈਂ ਕਈ ਵਾਰੀ ਸਤਰਾਂ ਸੁਣਾਈਆਂ ਨੇ, ਕੀਦਾ ਸਾਹਿਬ ਸੂਰਜ ਤੇ ਚੰਦਰਮਾ ਤੋਂ ਜਾ ਕੇ ਜੋ ਮਰਜੀ ਉੱਥੋਂ ਤੱਕ ਖੋਜਾਂ ਕਰ ਸਕਦਾ। ਉਹ ਕਿਤੇ ਕਵਿਤਾ ਸੁਣਾਉਂਗਾ, ਜੇ ਦੇਸ਼ ਦੀਆਂ ਸਰਕਾਰਾਂ ਨੇਕ ਹੋਣ, ਨੌਜਵਾਨ ਨੂੰ ਸੰਬੋਧਨ ਹੋ ਕੇ ਜੋਗਾ ਸਿੰਘ ਜੋਗੀ ਹੋਣਾ ਦੀ ਬੜੀ ਪਿਆਰੀ ਕਵਿਤਾ, ਉਹਦੇ ਬਹੁਤ ਕੁਝ ਉਹਨਾਂ ਲਿਖਿਆ ਕਵੀਸ਼ਰੀ ਦੇ ਵਿੱਚ। ਪਰ ਸਵਾਲ ਇਹ ਹੈ ਕਿ ਦੇਸ਼ ਦੇ ਰਾਜਨੀਤਿਕ ਲੋਕ ਜਿਹੜੇ ਨੇ ਨਾ, ਉਹ ਸੁਹਿਰਦ ਹੋਣ ਦੇਸ਼ ਪ੍ਰਤੀ, ਇਹ ਆਪਣੀਆਂ ਗੋਲਕਾਂ ਤੇ ਆਪਣੇ ਗੱਲਿਆਂ ਪ੍ਰਤੀ ਤੇ ਆਪਣੇ ਬੈਂਕ ਅਕਾਊਂਟ ਪ੍ਰਤੀ ਨਾ ਹੋਣ, ਲੁੱਟ ਕੇ ਦੇਸ਼ ਨੂੰ ਖਾਣ ਵਾਲੇ ਨਾ ਹੋਣ, ਆਪਣੇ ਪੁੱਤ ਪੋਤਿਆਂ ਦੋਤੇ ਦੋਤੀਆਂ ਬਾਰੇ ਸੋਚਣ, ਕੱਲਾ ਨਾਮ ਵਾਸਤੇ ਹੋਣ, ਦੇਸ਼ ਦੀ ਤਰੱਕੀ ਵਾਸਤੇ ਸੋਚਣ, ਤਾਂ ਸੋਨੇ ਦਾ ਬਾਜ ਬਣ ਸਕਦਾ ਭਾਰਤ, ਕੋਈ ਦੋ ਰਾਵਾਂ ਨਹੀਂ ਆ। ਰਾਜਸਥਾਨ ਦੇ ਵਿੱਚ ਜਿਹੜੀ ਮੈਂ ਗੱਲ ਕਰਨ ਲੱਗਾ, ਜੋਧਪੁਰ ਜ਼ਿਲ੍ਹੇ ਦੇ ਪਿੰਡ ਇੱਕ ਭੱਡਲਾ ਹੈ, ਉਹਦੇ ਵਿੱਚ ਸੂਰਜੀ ਊਰਜਾ ਨਾਲ 22 ਅਰਬ 46 ਕਰੋੜ ਯੂਨਿਟ ਬਿਜਲੀ ਬਣਦੀ ਹੈ। ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਹੈ, 200 ਕਿਲੋਮੀਟਰ ਲੰਬਾ ਪਲਾਂਟ ਹੈ, ਦੁਨੀਆ ਦਾ ਸਭ ਤੋਂ ਵੱਡਾ। ਕੀ ਕਹਿਣਾ ਚਾਹੋਗੇ? ਦੇਖੋ ਭਾਰਤ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਹੈਗਾ, ਤਾਂ ਮਤਲਬ ਕਹਿ ਸਕਦੇ ਹਾਂ ਕਿ ਭਾਰਤ ਅਗਾਂਹ ਵਧੂ ਮੁਲਕਾਂ ਦੇ ਵਿੱਚ ਹੈ, ਕਿਉਂਕਿ ਇਹਨਾਂ ਨੇ ਸੂਰਜੀ ਊਰਜਾ ਤੋਂ ਕਹਿ ਨਹੀਂ ਸਕਦੇ, ਹੈਗਾ ਹੀ ਹੈ ਇਹ, ਠੀਕ ਆ, ਹੈਗਾ ਕਹਿ ਕੋ ਸਕਦੇ ਹੈ। ਤੇ ਕਮਾਲ ਆ ਨਾ ਜੀ, 200 ਕਿਲੋਮੀਟਰ ਲੰਮਾ ਐਡਾ ਵੱਡਾ, ਜਿਹਦਾ ਕਿ 22 ਅਰਬ 46 ਕਰੋੜ ਯੂਨਿਟ ਬਿਜਲੀ ਇੱਕ ਸਾਲ ਚ ਬਣਾਉਂਦਾ, ਮਤਲਬ ਕਿ 22 ਲੱਖ ਸ਼ਹਿਰ, 22,000 ਸ਼ਹਿਰਾਂ ਨੂੰ ਯਕਦਮ ਬਿਜਲੀ ਦਾ। ਉਹ ਇਹ ਪਲਾਂਟ ਰਾਜਸਥਾਨ ਦਾ ਐਡਾ ਵੱਡਾ ਪਲਾਂਟ, ਲੋਕ ਦੇਖਣ ਜਾਂਦੇ ਆ ਉੱਥੇ, ਬਣਾਇਆ ਕਿੱਦਾਂ, ਐਡਾ ਕਮਾਲ। ਕਹਿੰਦੇ ਵੀ ਪੂਰਾ ਦਾ ਪੂਰਾ ਸ਼ਹਿਰ ਉੱਥੇ, ਮੈਂ ਫੋਟੋ ਦੇਖ ਰਿਹਾ ਸੀਗਾ, ਪੂਰਾ ਦਾ ਪੂਰਾ ਸ਼ਹਿਰ ਵਸਿਆ ਹੋਇਆ। ਰਾਜਸਥਾਨ ਵਰਗਾ ਜੋਧਪੁਰ ਦੇ ਜਿਹੜੇ ਇਲਾਕੇ ਵਿੱਚ ਪਿੰਡ ਭੱਟਲਾ ਪਿੰਡ ਹੈ ਜੀ, ਪਿੰਡ ਦੀ ਕਹਾਣੀ ਹੈ ਕਿ ਟਾਵਰਾ ਸਾਹਿਬ, ਮਤਲਬ ਕਿ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ, ਮੈਂ ਪਹਿਲਾਂ ਨਹੀਂ ਸੋਚਦਾ ਵੀ ਐਡਾ ਸਾਡੇ ਭਾਰਤ ਵਿੱਚ ਵੀ ਇਹ ਐਡਾ ਵੱਡਾ ਸੋਲਰ ਪਲਾਂਟ ਹੈਗਾ। ਜਦ ਕਿ ਚਾਹੀਦਾ ਇਹ ਆ ਕਿ ਜਿੰਨੀਆਂ ਵੀ ਨਹਿਰਾਂ ਹੈਗੀਆਂ ਨੇ ਚਾਵਲਾ ਸਾਹਿਬ ਭਾਰਤ ਵਿੱਚ, ਜਿੰਨੀਆਂ ਨਹਿਰਾਂ ਚੱਲਦੀਆਂ ਨੇ, ਗੰਗਾ ਚੱਲਦੀ ਹੈ, ਜਮਨਾ ਚੱਲਦੀ ਆ, ਸਭ ਨਹਿਰਾਂ ਦੇ ਉੱਪਰ ਤਕਨੀਕ ਦੇ ਨਾਲ ਇਹ ਪਲਾਂਟ ਲਾਏ ਜਾ ਸਕਦੇ ਆ, ਕਿਉਂਕਿ ਨਹਿਰਾਂ ਚੱਲਦੀਆਂ ਨੇ ਤੇ ਉਹ ਉੱਪਰਲਾ ਇਲਾਕਾ ਖਾਲੀ ਹੁੰਦਾ ਹੈ, ਜਿਹੜਾ ਸੂਰਜੀ ਉਹਨਾਂ ਲਾਇਆ ਜਾ ਸਕਦੇ ਆ, ਤੇ ਭਾਰਤ ਨੂੰ ਬਿਜਲੀ ਸਰਪਲਸ ਮੁਲਕ ਬਣਾਇਆ ਜਾ ਸਕਦਾ ਹੈ ਜੇ ਕੋਈ ਇਹ ਰਾਜਸਥਾਨ ਦੇ ਪਿੰਡ ਭੱਟਲਾ ਤੋਂ ਲਵੇ ਇਹ। ਮਤਲਬ ਕਿ ਤੁਸੀਂ ਹੈਰਾਨ ਨਹੀਂ ਹੋਵੋਗੇ ਚਾਵਲਾ ਸਾਹਿਬ ਕਿ ਉੱਥੇ ਇਸ ਪ੍ਰੋਜੈਕਟ ਦੇ ਉੱਪਰ ਕਿੰਨੇ ਕੁ ਲੋਕ ਕੰਮ ਕਰਦੇ ਨੇ। ਬਹੁਤ ਜ਼ਿਆਦਾ ਨਹੀਂ ਕੰਮ ਕਰਦੇ, ਬਲਕਿ ਬਹੁਤ ਘੱਟ ਲੋਕ ਕੰਮ ਕਰਦੇ ਨੇ ਇਸ ਪ੍ਰੋਜੈਕਟ ਤੇ। ਇੱਕ ਵਾਰੀ ਲੱਗ ਗਿਆ, ਲੋਕਾਂ ਦੀ ਕੋਈ ਬਹੁਤੀ ਉੱਥੇ ਲੋੜ ਨਹੀਂ ਹੈਗੀ, ਬਸ ਬਟਨ ਦਬਾਉਣਾ ਇੱਕ ਵਾਰ। ਬਿਲਕੁਲ, ਵੇਖੋ ਜੀ ਗੱਲ ਤੇ ਇਹ ਹੈ ਨਾ ਵੀ ਉਹੀ ਤੇ ਗੱਲ ਹੈ ਨਾ, ਜੇ ਕਿਸੇ ਵੀ ਸੂਬੇ ਦੀ ਸਰਕਾਰ ਸੂਬੇ ਪ੍ਰਤੀ ਸੁਹਿਰਦ ਹੋਵੇ, ਸੁਹਿਰਤਾ ਦੇ ਨਾਲ ਜੇ ਕੋਈ ਬਾਹਰੋਂ ਆਉਂਦੀ ਆ ਪਾਰਟੀ, ਪਹੀਆਂ ਕੰਮ ਕਰਾਂਗੇ, ਹਾਂਜੀ, ਤੇ ਜੇ ਕੋਈ ਆਉਂਦੀ ਆ ਪਾਰਟੀ ਤੋਂ ਕਦੇ ਵਿੱਚੋਂ ਆਪਣਾ ਦਸਵੰਧ ਰੱਖਣਾ, ਪਹਿਲਾਂ ਦਸਵੰਧ ਨਹੀਂ ਉੱਤੇ ਉਤਲਾ ਹਿੱਸਾ ਰੱਖਣਾ, ਫਿਰ ਗਾਂ ਜਿਨ੍ਹਾਂ ਨੇ ਕੰਮ ਕਰਾਉਣੇ ਉਹਨੇ ਰੱਖਣਾ, ਹੋਏ ਜਿਹਨੇ ਕੰਮ ਕਰਾਉਣਾ ਉਹਨੇ ਰੱਖਣਾ, ਹਾਂਜੀ, ਐਂਡ ਤੱਕ ਤੇ ਜਿੰਨੇ ਪ੍ਰੋਜੈਕਟ ਲੈ ਕੇ ਆਉਣਾ ਉਹਦੇ ਪੱਲੇ ਕੁਝ ਨਹੀਂ ਪੈਂਦਾ, ਹਾਂਜੀ। ਮਾਫ ਕਰਨਾ, ਗੱਲ ਗਾਂ ਦੀ ਗਾਂ। ਜੇ ਦੇਸ਼ ਦੀਆਂ ਸਰਕਾਰਾਂ ਦੀ ਗੱਲ ਕਰਦੇ ਆ, ਅੱਜ ਤੋਂ ਕਾਫੀ ਵਰੇ ਪਹਿਲਾਂ ਕਿਤੇ ਕਾਤਰ ਲੱਭ ਗਈ ਤੇ ਲਾ ਵੀ ਦੇਵਾਂਗੇ, ਮੇਰੇ ਖਿਆਲ 'ਚ ਹੋਊਗੀ। ਦੇਸ਼ ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਗਿਆ ਸੀ ਬੰਦਾ, ਤੁਹਾਨੂੰ ਜੁੱਤੀ ਚੋਰ ਬਣਾਤਾ ਸੀਗਾ। ਸ਼ਾਇਦ ਤੁਸੀਂ ਕਿਤੇ ਪੱਤਰਕਾਰੀ ਦਾ, ਜੇ ਤੁਹਾਡਾ ਕਿਤੇ ਮਾੜਾ ਜਾਂ ਕਿਤੇ ਚਲ ਜਾਵੇ ਵਿੱਚ, ਕਿਤੇ ਘੁੰਮ ਜਾਵੇ ਪਿਛਲੇ ਪਾਸੇ ਕਿਤੇ, ਉਹ ਤੇ ਇਹ ਖਬਰ ਛਪੀ ਸੀਗੀ। ਇਹ ਦੇਸ਼ ਦੇ ਜਿਹੜੇ ਇਹ ਨੇਤਾ ਲੋਕ ਨੇ, ਜੇਕਰ ਇਹਨਾਂ ਨੂੰ ਸਮੱਤ ਆ ਜਾਵੇ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ, ਤਾਂ ਕਿਤੇ ਮੁਕਾਬਲਾ ਥੋੜ੍ਹੀ ਆ, ਬਹੁਤ ਕੁਝ ਆ, ਕਾਬਲੀਅਤ ਬੜੀ ਹੈਗੀ ਆ, ਕਾਬਲੀਅਤ ਬਹੁਤ ਆ। ਜਿਹੜੇ ਜਹਾਜ਼ਾਂ ਦੇ ਜਹਾਜ਼ ਭਰ ਕੇ ਅਮਰੀਕਾ, ਕੈਨੇਡਾ, ਦੂਜੇ ਦੇਸ਼ਾਂ ਨੂੰ ਜਾਂਦੇ ਨੇ, ਇਹ ਇੱਕ ਬ੍ਰੇਨ ਹੀ ਆ ਰਿਹਾ। ਬਿਲਕੁਲ, ਹਾਂਜੀ। ਅਮਰੀਕਾ ਦੇ ਵਿੱਚ ਜਿਹੜੀਆਂ
ਜਿਹੜੀਆਂ IT ਜੌਬਸ ਨੇ ਇਹ ਕਿੱਥੋਂ ਆ ਰਹੀਆਂ ਨੇ? ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚੋਂ ਨੇ। ਮਾੜੀ ਜੀ ਕੋਈ ਉੱਤੇ ਵੀ ਰਿਟਾਇਰ ਕਰਦੇ ਵੀਜ਼ਾ ਦੀ, ਤੇ ਕਿੰਨਾ ਤਰਾਹ ਹੁੰਦਾ। ਅੱਜ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਨਾ ਉਹ ਮੀਡੀਆ ਪਾ ਸਕਦਾ, ਪਰ ਸਾਡਾ ਮੀਡੀਆ ਤਾਂ ਫਿਰ ਤੁਹਾਨੂੰ ਪਤਾ ਐਵੇਂ ਨਹੀਂ ਗੋਦੀ ਕਿਤਾਬ ਲੈ ਬੈਠਾ ਹੈ। ਤੇ ਕੁਝ ਸਹੀ ਹੈ ਨਾ ਜਿੰਨੇ ਵੀ ਕਿਹਾ। ਆਖਰੀ ਕੁਐਸਚਨ, ਸੁਪਰੀਮ ਕੋਰਟ ਦਾ ਦਿੱਲੀ ਦੀ ਆਪ ਸਰਕਾਰ ਤੇ ਸਿੱਧਾ ਝਟਕਾ ਇੱਕ ਲੱਗਾ। ਕਿਆ 3 ਸਾਲਾਂ ਵਿੱਚ ਇਸ਼ਤਿਹਾਰਾਂ ਤੇ ਕਿੰਨਾ ਖਰਚ ਕੀਤਾ? ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਨੂੰ ਫੰਡ ਦੇਣ ਤੋਂ ਜਵਾਬ ਦੇਣ ਤੇ ਸੁਪਰੀਮ ਕੋਰਟ ਖਪਾ। ਮੈਂ ਨਹੀਂ ਕਹਿੰਦਾ ਕਿ ਇੱਥੇ ਘਪਲੇਬਾਜ਼ੀ ਨਹੀਂ ਹੁੰਦੀ ਹੋਊਗੀ। ਇੱਥੇ ਸਾਡੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਰਾਜਨੀਤਿਕ ਤੌਰ ਤੇ ਲੋਕ ਹੇਰਾਫੇਰੀਆਂ ਨਾ ਕਰਦੇ ਹੋਣਗੇ, ਪਰ ਜਿੱਦਾਂ ਦੀਆਂ ਆਹ ਖਬਰਾਂ ਨੇ ਕਿ ਇਸ਼ਤਿਹਾਰਬਾਜ਼ੀ ਇੱਥੇ ਭਾਈ ਲਿਮਟਿਡ ਮੀਡੀਆ ਲਾ ਆਂਦਾ ਚੰਮ, ਮਾੜੀ ਜੀ ਗਲਤੀ ਕਰੋ ਉਸੇ ਵੇਲੇ ਅਸਤੀਫਾ ਦੇਣਾ ਪੈਂਦਾ। ਇੱਥੇ ਸਿੱਟ ਬਣਾ ਦਿੰਦੇ ਆ। ਸਾਹਿਬ ਅਸਲ 'ਚ ਨਾ ਇਹ ਦਿੱਲੀ ਸਰਕਾਰ ਨੇ ਨਾ ਇੱਕ ਪ੍ਰੋਜੈਕਟ ਆ ਇੱਕ ਜੀ, ਰੀਜਨਲ ਰੈਪਿਡ ਟ੍ਰਾਂਸਿਟ ਸਿਸਟਮ, ਜਿਹੜੀ ਕਿ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਜੋੜਦੀ ਹੋਈ ਇੱਕ ਲਾਈਨ ਬਣ ਰਹੀ ਆ। ਮੈਟਰੋ ਲਾਈਨ ਬਣ ਰਹੀ ਆ। ਉਹਦੇ ਵਿੱਚ 180 ਕਿਲੋਮੀਟਰ ਦੀ ਰਫ਼ਤਾਰ ਤੇ ਚੱਲਣੀ ਆ ਉਹ, ਤੇ ਉੱਥੇ ਬਹੁਤ ਸਾਰੇ ਸਟੇਸ਼ਨਾਂ 'ਤੇ ਰੁਕਿਆ ਕਰੇਗੀ ਉਹ। ਤੇ ਬਹੁਤ ਕਮਾਲ ਦਾ ਪ੍ਰੋਜੈਕਟ ਆ, ਬਹੁਤ ਕਮਾਲ ਦਾ ਪ੍ਰੋਜੈਕਟ ਆ। ਤੇ ਉਹ ਸੰਦਰਭ ਦੇ ਵਿੱਚ ਦਿੱਲੀ ਸਰਕਾਰ ਨੂੰ ਵੀ ਆਪਣਾ ਹਿੱਸਾ ਪਾਉਣ ਵਾਸਤੇ ਕਿਹਾ ਕੇਂਦਰ ਵੱਲੋਂ। ਦਿੱਲੀ ਸਰਕਾਰ ਨੇ ਉਹਦਾ ਹਿੱਸਾ ਪਾਉਣਾ ਇਨਕਾਰ ਕਰ ਦਿੱਤਾ, ਕਹਿੰਦੇ ਅਸੀਂ ਨਹੀਂ ਪਾਉਂਦੇ ਹਿੱਸਾ ਵਿੱਚ। ਇਹ ਕੇਂਦਰ ਦਾ ਪ੍ਰੋਜੈਕਟ ਆ ਤੇ ਸਾਂਝਾ ਪ੍ਰੋਜੈਕਟ ਕਿਵੇਂ ਸਾਡਾ ਹੋ ਗਿਆ? ਕੇਂਦਰ ਦਾ ਪ੍ਰੋਜੈਕਟ ਕਹਿੰਦੇ ਕਰੇ ਨੂੰ, ਤਾਂ ਉਹ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਜਦੋਂ ਪੁੱਛਿਆ ਕੇਂਦਰ ਸਰਕਾਰ ਨੂੰ ਕਿ ਤੁਸੀਂ ਦਿੱਲੀ ਸਰਕਾਰ ਨੂੰ ਕਿ ਤੁਸੀਂ ਇਹ ਤੇ ਹਿੱਸਾ ਕਿਉਂ ਨਹੀਂ ਪਾ ਰਹੇ ਆਪਣਾ, ਤਾਂ ਉਹ ਕਹਿੰਦੇ ਵੀ ਅਸੀਂ ਨਹੀਂ ਹਿੱਸਾ ਪਾਉਣਾ ਜੀ, ਕਿਉਂਕਿ ਸਾਡਾ ਹੱਕ ਹੀ ਨਹੀਂ ਬਣਦਾ। ਭਾਵੇਂ ਕਿ ਹੱਕ ਦਾ ਬਣਦਾ, ਕੇਜਰੀਵਾਲ ਦਾ ਬਣਦਾ ਕਿਉਂ ਨਹੀਂ ਹੱਕ? ਦਿੱਲੀ ਦਾ ਬਣਦਾ ਹੱਕ ਜਦੋਂ ਮੈਟਰੋ ਨਾਲ ਜੁੜ ਰਹੀ ਆ, 3 ਸਟੇਟ ਇਕੱਠੇ ਕਰ ਰਹੀ ਆ। ਤੇ ਉਹ ਕਹਿੰਦੇ ਨਹੀਂ ਪਾਉਣਾ। ਤਾਂ ਸੁਪਰੀਮ ਕੋਰਟ ਯਕਦਮ ਹੀ ਖਪਾ ਹੋ ਗਈ। ਅੱਛਾ ਤੁਸੀਂ ਹਿੱਸਾ ਨਹੀਂ ਪਾਉਣਾ, ਦੱਸੋ 3 ਸਾਲਾਂ ਦੇ ਵਿੱਚ ਤੁਸੀਂ ਇਸ਼ਤਿਹਾਰਾਂ ਤੇ ਕਿੰਨਾ ਰੁਪਈਆ ਖਰਚੇ? 7 ਦਿਨਾਂ। ਅਗਲੀ ਜਿਹੜੀ ਰਿਪੋਰਟ ਹੈਗੀ ਹੈ ਚਾਵਲਾ ਸਾਹਿਬ, ਉਹਨਾਂ ਨੇ ਬਹੁਤ ਜਲਦੀ, ਮੈਂ ਕਿਹਾ ਹਫ਼ਤੇ ਦੇ ਵਿੱਚ ਹੀ ਮੰਗਿਆ ਉਹਨਾਂ ਨੇ ਇਹ ਜਵਾਬ। 7 ਜਿਹੜਾ ਕਿ ਤੁਸੀਂ ਦੱਸੋ ਵੀ ਇਹ ਕਿੰਨਾ ਖਰਚਾ ਤੁਸੀਂ ਕੀਤਾ ਇਸ਼ਤਿਹਾਰਾਂ ਤੇ। ਬੜੀ ਵੱਡੀ ਗੱਲ ਹੈ ਚਾਵਲਾ ਸਾਹਿਬ, ਬਹੁਤ ਵੱਡਾ ਸਿੱਧਾ ਅਟੈਕ ਹੈਗਾ ਕੇਜਰੀਵਾਲ ਸਰਕਾਰ ਤੇ। ਅੱਛਾ ਤੁਸੀਂ ਕਿਹਾ ਚਾਵਲਾ ਸਾਹਿਬ ਕਿ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਹੁੰਦਾ ਹੈ। ਮੈਂ ਵੈਸੇ ਤੁਸੀਂ ਮਾਫ ਕਰਨਾ ਮੈਨੂੰ, ਮੈਂ ਬ੍ਰਾਹਮਣਵਾਦ ਦੀ ਕਹਾਣੀ ਸੁਣਾਉਣ ਲੱਗਿਆ। ਇੱਕ ਰਿਪੋਰਟ ਛਪੀ ਹੈ ਅੱਜ ਰੋਜ਼ਾਨਾ ਸਪੋਕਸਮੈਨ ਦੇ ਵਿੱਚ, ਉਹਦੇ ਛਪੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਜਾਤ ਵਿਰੋਧੀ ਬਿੱਲ ਪਾਸ ਹੋਇਆ ਸੈਨੇਟ ਦੇ ਵਿੱਚ। ਹਾਂਜੀ ਹੋਇਆ ਜੀ, ਖਬਰ ਸੁਣਾਈ ਆਪਾਂ। ਸੁਣਾਈ ਹੈ ਨਾ, ਜਾਤ ਵਿਰੋਧੀ ਬਿੱਲ ਸੈਨੇਟ 'ਚ 34-1 ਦੇ ਨਾਲ 34 ਜਾਤ ਵਿਰੋਧੀ ਬਿੱਲ ਦੇ ਪੱਖ 'ਚ ਭੁਗਤਿਆ, 1 ਵਿਰੋਧੀ ਭੁਗਤਿਆ। ਉੱਥੇ ਨਾ ਜਿਹੜੇ IT ਸੈਕਟਰ ਦੇ ਵਿੱਚ ਜਿਹੜੇ ਮੁੰਡੇ ਸੀ, ਕੁੜੀਆਂ ਸੀ, ਮੁੰਡੇ ਕੋਈ ਬ੍ਰਾਹਮਣ ਸੀਗੇ ਜਾਂ ਕੋਈ ਛੋਟੀ ਜਾਤਾਂ ਸੀਗੇ, ਉਹਨਾਂ ਵਿੱਚ ਕਲੇਸ਼ ਪੈ ਗਿਆ ਉੱਥੇ। ਤੇ ਉਹ ਬ੍ਰਾਹਮਣਾਂ ਨੇ ਚੱਕ ਦੇ ਫੱਟੇ ਉੱਥੇ, ਕਹਿੰਦੇ ਵੀ ਇਹ ਤਾਂ ਛੋਟੀ ਜਾਤ ਵਾਲੇ ਬੰਦੇ ਨੇ, ਇਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ। ਉਹ ਇੰਨਾ ਰੌਲਾ ਪਿਆ ਕਿ ਬਿੱਲ ਪੇਸ਼ ਕਰਨਾ ਪਿਆ। ਇਹ ਹੁੰਦਾ, ਏਦਾਂ ਚੱਲਦਾ ਜੀ। ਬਿਲਕੁਲ ਜੀ, ਮੈਂ ਤੁਹਾਨੂੰ ਦੱਸਿਆ ਤੁਹਾਡੇ ਆ ਜਿਹੜੇ ਖਿਡਾਰੀ, ਜਿਹੜੇ ਭਲਵਾਨ ਬੈਠੇ ਸੀ ਜਿਨ੍ਹਾਂ ਨੇ ਐਲੀਗੇਸ਼ਨ ਲਾਏ ਸੀਗੇ, ਇੱਥੋਂ ਵਾਲੇ ਕਿਸੇ ਤੇ ਮਾੜਾ ਜਿਹਾ ਐਲੀਗੇਸ਼ਨ ਲੱਗਾ ਹੁੰਦਾ ਨਾ ਕੋਚ ਤੇ ਜਾਂ ਲੀਡਰ ਤੇ, ਉਹਨੂੰ ਅਸਤੀਫਾ ਰਾਤੋਂ ਰਾਤ ਰੱਖਣਾ ਪੈਣਾ ਸੀ। ਸਾਡੇ ਮੇਅਰ ਜਿਹੜਾ ਟੋਰਾਂਟੋ ਦਾ ਮੇਅਰ ਜਿਹੜਾ ਸੀ, ਕੀ ਸੀ ਐਲੀਗੇਸ਼ਨ ਉੱਤੇ ਜੀ? ਇਨਵੋਲਵਮੈਂਟ ਕਿਸੇ ਹੋਰ ਉਹਦੇ ਕੋਵਰਕਰ ਦੇ ਨਾਲ ਸਿਰਫ ਮਤਲਬ ਕਿ ਇੱਕ ਰਿਲੇਸ਼ਨ ਦੀ ਖਬਰ ਸੀਗੀ, ਰਿਲੇਸ਼ਨ ਦੀ। ਸਾਡੇ ਤੇ ਤੁਹਾਡੀਆਂ ਇੱਥੇ ਕਈ ਕੁਝ ਸਾਹਮਣੇ ਆ ਜਾਂਦਾ, ਫਿਰ ਕਹਿੰਦੇ ਕੋਈ ਗੱਲ ਨਹੀਂ। ਆ ਵੇਖ ਲਓ ਪੰਜਾਬ ਵਾਲੇ ਦਾ ਜਿਹੜਾ ਕੀ ਮਸਲਾ ਹੱਲ ਆ, ਜਿਹੜਾ ਲਿਆਂਦਾ ਸੀ ਖਹਿਰਾ ਸਾਹਿਬ ਨੇ, ਕੋਈ ਬਣਿਆ? ਤੇ ਟੋਰਾਂਟੋ ਸਭ ਤੋਂ ਵੱਡਾ ਸ਼ਹਿਰ ਕਹਿ ਲਓ, ਤੁਸੀਂ ਕਹਿ ਲਓ ਜਿੱਦਾਂ ਵੀ ਆ, ਉਹਦਾ ਮੇਅਰ ਸੀ। ਇੱਕ ਐਲੀਗੇਸ਼ਨ ਲੱਗਾ ਸੀ, ਅਗਲੀ ਰਾਤ ਉਹਨੇ, ਰਾਤ ਨਹੀਂ ਸਵੇਰੇ ਉੱਠ ਕੇ ਅਸਤੀਫਾ ਸੀ ਉਹਦਾ ਪਿਆ, ਮੇਅਰ ਦਾ। ਯਾਰ ਚੱਕੋ ਜੀ, ਮੈਂ ਜੇ ਮੈਨੂੰ ਲੱਗਦਾ ਕਿ ਮੈਂ ਠੀਕ ਨਹੀਂ ਆ ਤੇ ਸਿਧਾਂਤਕ ਤੌਰ ਤੇ ਅਸਤੀਫਾ ਚੁੱਕੋ। ਤੇ ਉੱਥੇ ਕੀ ਹੁੰਦਾ? ਇਹ ਬਿੱਲ ਐਵੇਂ ਨਹੀਂ ਪਾਸ ਹੋਇਆ। ਉੱਥੇ ਬਿੱਲ ਜੇ ਕਿਸੇ ਕਾਰਨ ਕਰਕੇ ਪਾਸ ਹੋਇਆ, ਇਸ ਕਰਕੇ ਪਾਸ ਹੋਇਆ ਕਿ ਉਹ ਅਸੀਂ ਕਹੀ ਜਾਂਦੇ ਮਾਨਸ ਕੀ ਜਾ ਸਭੇ ਕੇ ਪਹਿਚਾਨਬੋ, ਬੜਾ ਮੁੱਛਾਂ ਨੂੰ ਵੱਟ ਦੇ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਕਹਿੰਦਾ। ਬੜੇ ਦੁੱਖ ਦੀ ਗੱਲ ਚਾਵਲਾ ਸਾਹਿਬ ਇਹ ਆ ਕਿ ਗੁਰਦੁਆਰਿਆਂ ਵੱਲੋਂ ਵੀ ਬਿੱਲ ਵਿਰੋਧੀ ਮਤਾ ਪਾਤਾ ਸੀ ਉੱਤੇ, ਯਾਦ ਹੋਣਾ ਮੇਰੇ ਖਿਆਲ 'ਚ। ਉਹ ਗੁਰਦੁਆਰੇ ਭਾਈ ਮੈਨੂੰ ਨਾ ਮੁੜ ਕੇ ਫਿਰ ਕਹਿੰਦੇ ਤੂੰ ਜ਼ਿਆਦਾ ਤੱਤਾ ਹੋ ਜਾਣਾ। ਇਹ ਗੁਰਦੁਆਰੇ ਪ੍ਰਾਈਵੇਟ ਸੰਸਥਾਵਾਂ ਨੇ। ਇਹ ਗੁਰਦੁਆਰੇ ਪ੍ਰਾਈਵੇਟ ਸੰਸਥਾ, ਜਦੋਂ ਸਾਡੇ ਕੋਲ ਫੰਡ ਇਕੱਠਾ ਕਰਨਾ ਹੁੰਦੇ ਸੀ ਨਾ, ਅੱਜ ਤੋਂ 20-25 ਵਰੇ ਪਹਿਲਾਂ, ਉਹ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ।
ਪ੍ਰੋਪਰਟੀ 5 ਬੰਦਿਆਂ ਦੇ ਨਾਂ ਤੇ ਹੁੰਦੀ ਆ, 11 ਬੰਦਿਆਂ ਦੇ ਨਾਂ ਤੇ ਹੁੰਦੀ। ਕੋਈ ਕਾਰਪੋਰੇਟ ਤੇ ਖਿਲਾਉਣਾ ਹੀ ਪੈਣਾ ਨਾ। ਕਾਰਪੋਰੇਟ ਨੇ ਸਾਰੇ ਇੱਥੇ। ਪਰ ਮਾਫ ਕਰਨਾ, ਸਾਰੇ ਥਾਵਾਂ ਤੇ ਨਹੀਂ ਹੁੰਦਾ। ਕਈ ਥਾਵਾਂ ਦੇ ਚੰਗੇ ਪ੍ਰਧਾਨ ਵੀ ਹੈਗੇ, ਤੇ ਕਈ ਥਾਵਾਂ ਤੇ ਮੇਰੇ ਵਰਗੇ ਉੱਦਾਂ ਹੀ ਬੈਠੇ ਜਿਹੜੇ ਪਤਾ ਹੀ ਕੋਈ ਨਹੀਂ ਆ ਵੀ ਸਾਡੀ ਧਾਰਮਿਕ ਰਹਿਤ ਮਰਿਆਦਾ ਕੀ ਆ, ਉੱਦਾਂ ਕਹਿ ਦੇਣਗੇ ਸਾਰਾ ਕੰਮ ਰਹਿਤ ਮਰਿਆਦਾ ਦੇ ਮੁਤਾਬਕ ਹੋਇਆ। ਬੜਾ ਹੁੱਬ ਕੇ ਕਹਿਣ। ਅੱਛਾ, ਇਹ ਇਹੋ ਜਿਹੇ ਵੀ ਹੈਗੇ ਕਈ ਫੰਡ ਇਕੱਠੇ ਕਰਕੇ ਦਿੱਤੇ ਆ, ਜਦੋਂ ਕਿਤੇ ਹੁਣ ਜਾਈਦਾ ਪਛਾਣਦੇ ਹੀ ਨਹੀਂ, ਕਿਉਂਕਿ ਪਾਰਟੀ ਬਦਲ ਗਈ। ਪਾਰਟੀਆਂ ਬਦਲ ਜਾਂਦੀਆਂ ਨੇ ਨਾ। ਫਿਰ 5-10 ਸਾਲਾਂ ਬਾਅਦ ਆ ਗਏ ਨਵੇਂ ਆ ਗਏ, ਤੇ ਅਸੀਂ ਤੇ 20 ਵਰੇ ਪਹਿਲਾਂ ਦੀ ਗੱਲ ਕਰਦੇ ਹਾਂ, 15 ਵਰੇ ਪਹਿਲਾਂ ਦੀ ਗੱਲ ਕਰਦੇ ਹਾਂ। ਅੰਨਾ ਪੈਸਾ ਇਕੱਠਾ ਕਰਕੇ ਦਿੱਤਾ। ਕਾਰਪੋਰੇਟ ਅਦਾਰੇ ਨੇ, ਜੇ ਉਹਨਾਂ ਨੇ ਇਹ ਕੰਮ ਕੀਤਾ ਨਾ ਬਿੱਲ ਦੇ ਵਿਰੋਧੀ, ਤੇ ਫਿਰ ਇਹ ਕਾਰਪੋਰੇਟ ਅਦਾਰੇ ਨੇ, ਉਹ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨਹੀਂ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਜੂਗਾ, ਆਪਣੇ ਧਰਮ ਨੂੰ ਸਮਰਪਿਤ ਹੋ ਜੂਗਾ, ਫਿਰ ਮਨੁੱਖਤਾ ਦਾ ਵਿਰੋਧ ਨਹੀਂ ਕਰੂਗਾ ਉਹ, ਫਿਰ ਜਾਤ ਪਾਤ ਦਾ ਵਿਰੋਧ ਨਹੀਂ ਕਰੇਗਾ। ਕਿਉਂਕਿ ਗੁਰੂ ਨਾਨਕ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਕਿੰਨਾ ਕੁਝ ਜਾਤਾਂ ਪਾਤਾਂ ਬਾਰੇ ਲਿਖਿਆ, ਕਿੰਨੀ ਵਾਰੀ ਸੁਣਾ ਚੁੱਕੇ ਆ, ਪਰ ਇਹ ਢੀਠ ਲੋਕ ਨੇ। ਮੈਂ ਨਾ ਮਾਨੂੰ ਵਾਲੀ ਗੱਲ ਆ। ਉੱਦਾਂ ਅਸੀਂ ਕਹਿਣਾ ਮਾਨਸ ਕੀ ਜਾਤ ਸਭ्य ਕੇ ਪਹਿਚਾਨ। ਥੈਂਕ ਯੂ, ਰੱਬ ਰੱਖਾ। ਧੰਨਵਾਦ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।